ਹੈਲੋ ਸਟੂਡੈਂਟਸ, ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਮੀਨ ਵੈਲਿਊ ਥਿਊਰਮਸ ਦਾ ਲੈਕਚਰ 2। ਲੈਕਚਰ 1 ਸੀ ਜਿਹੜਾ, ਉਹਦੇ 'ਚ ਥਿਊਰਮ ਨਹੀਂ ਸਟਾਰਟ ਕੀਤੀ ਸੀਗੀ। ਤੁਸੀਂ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ, ਬਟ ਉਹਦੇ 'ਚ ਇਨਫੋਰਮੇਸ਼ਨ ਆਪਾਂ ਕੁਝ ਸ਼ੇਅਰ ਕੀਤੀਆਂ ਸੀਗੀਆਂ ਜਿਹੜੀਆਂ ਕਿ ਆਪਾਂ ਨੂੰ ਇਹਨਾਂ ਥਿਊਰਮਸ ਨੂੰ ਸਮਝਣ ਵਾਸਤੇ ਆਸਾਨ ਰਹਿਣਗੀਆਂ। ਤਾਂ ਉਹ ਵੀਡੀਓ ਸਾਰੇ ਬੱਚਿਆਂ ਨੇ ਲੈਕਚਰ 1 ਹੈ ਜਿਹੜਾ ਇਸ ਦਾ ਜ਼ਰੂਰ ਦੇਖਣਾ ਹੈ। ਹਾਂਜੀ, ਤਾਂ ਹੁਣ ਟਾਈਟਲ ਪੜ੍ਹੀਏ, ਮੀਨ ਵੈਲਿਊ ਥਿਊਰਮਸ। ਤਾਂ ਮੀਨ ਵੈਲਿਊ ਥਿਊਰਮਸ ਜਿਹੜੀਆਂ ਉਹ ਦੋ ਤਰ੍ਹਾਂ ਦੀਆਂ ਆਪਣੇ ਸਿਲੇਬਸ 'ਚ ਹੈ। ਪਹਿਲੀ ਹੈਗੀ ਹੈ ਰੋਲਸ ਥਿਊਰਮ, ਦੂਸਰੀ ਹੈ ਲਗਰਾਂਜੀਸ ਮੀਨ ਵੈਲਿਊ ਥਿਊਰਮ। ਤਾਂ ਇਹਦੇ 'ਚ ਅੱਜ ਆਪਾਂ ਰੋਲਸ ਥਿਊਰਮ ਹੈ ਜਿਹੜੀ ਡਿਸਕਸ ਕਰਾਂਗੇ ਡਿਟੇਲ 'ਚ। ਪਹਿਲਾਂ ਦੀ ਸਟੇਟਮੈਂਟ ਪੜ੍ਹੀਏ ਤਾਂ ਲਿਖਿਆ ਕਿ ਇਫ ਐਫ ਆਫ ਐਕਸ ਬੀ ਅ ਫੰਕਸ਼ਨ ਆਫ ਐਕਸ ਸੱਚ ਦੈਟ, ਐਫ ਆਫ ਐਕਸ ਕੀ ਹੈ? ਕੋਈ ਫੰਕਸ਼ਨ ਹੈ ਐਕਸ ਦਾ, ਠੀਕ ਹੈ। ਤਾਂ ਉਹਦੇ 'ਚ ਕੀ ਹੈ? ਪਹਿਲਾ ਪੁਆਇੰਟ, ਫੰਕਸ਼ਨ ਹੈ ਜਿਹੜਾ ਕੌਂਟੀਨਿਊਸ ਹੋਣਾ ਚਾਹੀਦਾ ਕਲੋਜ਼ਡ ਇੰਟਰਵਲ 'ਚ। ਇਹ ਕੌਂਟੀਨਿਊਟੀ 'ਚ ਆਪਾਂ ਬਹੁਤ ਡਿਟੇਲ 'ਚ ਪੜ੍ਹੀਆਂ ਹੋਈਆਂ ਗੱਲਾਂ ਕਿ ਕਲੋਜ਼ਡ ਇੰਟਰਵਲ 'ਚ ਕੌਂਟੀਨਿਊਸ ਹੋਣਾ ਕੀ ਹੁੰਦਾ ਹੈ। ਸੈਕਿੰਡ, ਫੰਕਸ਼ਨ ਹੈ ਜਿਹੜਾ ਡਿਰਾਈਵੇਬਲ ਹੋਣਾ ਚਾਹੀਦਾ ਓਪਨ ਇੰਟਰਵਲ A to B 'ਚ। ਇਹ ਆਪਾਂ ਡਿਫਰੈਂਸ਼ੀਏਬਿਲਿਟੀ ਵਾਲੇ ਲੈਕਚਰ 'ਚ ਪੜ੍ਹਿਆ ਹੋਇਆ ਡਿਟੇਲ 'ਚ ਕਿ ਓਪਨ ਇੰਟਰਵਲ ਦੇ ਵਿੱਚ ਡਿਫਰੈਂਸ਼ੀਏਬਿਲਿਟੀ ਦਾ ਕੀ ਮੀਨਿੰਗ ਹੈ। ਜੇ ਤੁਸੀਂ ਪੁਰਾਣੀਆਂ ਵੀਡੀਓਜ਼ ਦੇਖਣੀਆਂ ਚਾਹੁੰਦੇ ਹੋ ਤਾਂ ਆਈ ਬਟਨ 'ਤੇ ਕਲਿੱਕ ਕਰਕੇ ਕੰਟੀਨਿਊਟੀ ਅਤੇ ਡਰਾਈਵੇਬਿਲਿਟੀ ਦੀਆਂ ਵੀਡੀਓਜ਼ ਦੇਖ ਸਕਦੇ ਹੋ, ਠੀਕ ਹੈ। ਥਰਡ ਪੁਆਇੰਟ ਹੈ ਐਫ ਆਫ ਏ ਇਜ਼ ਇਕਲ ਟੂ ਐਫ ਆਫ ਬੀ। ਓਕੇ, ਇਹ ਤਿੰਨ ਸਟੈਪਸ ਹੈ, ਹਲੇ ਹੌਲੀ ਹੌਲੀ ਪਤਾ ਲੱਗੇਗਾ ਜਿਵੇਂ ਜਿਵੇਂ ਆਪਾਂ ਇਹਨੂੰ ਡਿਸਕਸ ਕਰਾਂਗੇ। ਫਿਲਹਾਲ ਤਾਂ ਇਹਦੀ ਸਟੇਟਮੈਂਟ ਹੈ ਜਿਹੜੀ ਉਹਨੂੰ ਆਪਾਂ ਪੜ੍ਹ ਰਹੇ ਹਾਂ। ਧਿਆਨ ਰੱਖਣਾ ਬੱਚਿਆਂ ਨੇ ਸਟੇਟਮੈਂਟ ਵੀ ਯਾਦ ਕਰਨੀ ਹੈ, ਕਿਉਂਕਿ ਪੇਪਰ 'ਚ ਕੁਐਸਚਨ ਜਿਹੜਾ ਆਉਂਦਾ ਹੈ ਉਹ ਆਉਂਦਾ ਸਟੇਟ ਐਂਡ ਪ੍ਰੂਵ ਜਾਂ ਅਪਲਾਈ ਰੋਲਸ ਥਿਊਰਮ। ਤਾਂ ਸਟੇਟਮੈਂਟ ਦਾ ਵੀ ਇੱਕ ਨੰਬਰ ਹੁੰਦਾ ਐਗਜ਼ਾਮ 'ਚ, ਸਟੇਟਮੈਂਟ ਵੀ ਯਾਦ ਕਰਨੀ ਪਏਗੀ। ਓਕੇ, ਨੈਕਸਟ ਪੜ੍ਹਦੇ ਹਾਂ। ਦੈਨ ਇਹਨਾਂ ਤਿੰਨਾਂ ਗੱਲਾਂ ਤੋਂ ਬਾਅਦ ਕੀ ਕਹਿ ਰਹੀ ਹੈ ਰੋਲਸ ਥਿਊਰਮ? ਦੈਨ ਦੇਅਰ ਐਗਜ਼ਿਸਟ ਐਟ ਲੀਸਟ ਵਨ ਰੀਅਲ ਨੰਬਰ C belongs to open interval A to B such that f dash C is equal to 0। ਜੇ ਆਪਾਂ ਇਹਨੂੰ ਇੱਕੋ ਵਾਰੀ 'ਚ ਪੜ੍ਹਦੇ ਹਾਂ ਤਾਂ ਇਹ 100% ਸ਼ੋਰ ਹੈ ਕਿ ਕਿਸੇ ਬੱਚੇ ਨੂੰ ਨਹੀਂ ਪਤਾ ਲੱਗਿਆ ਹੋਵੇਗਾ ਕਿ ਕੀ ਹੋ ਰਿਹਾ ਇਹਦੇ 'ਚ, ਹੈ ਨਾ, ਥਿਊਰਮ 'ਚ। ਤਾਂ ਆਪਾਂ ਇਸੇ ਚੀਜ਼ ਨੂੰ ਸਮਝਣਾ ਹੈ ਕਿ ਰੋਲਸ ਥਿਊਰਮ ਕਿਹੜੀਆਂ ਤਿੰਨ ਗੱਲਾਂ ਕਹਿ ਰਹੀ ਹੈ ਅਤੇ ਉਸ ਤੋਂ ਬਾਅਦ ਕੀ ਬਿਆਨ ਦੇ ਰਹੀ ਹੈ। ਜਦੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਸਮਝਾਂਗੇ ਤਾਂ ਸਾਰੀ ਚੀਜ਼ ਜਿਹੜੀ ਉਹ ਕਲੀਅਰ ਹੋ ਜਾਊਗੀ 100%। ਹੁਣ ਆਪਾਂ ਦੇਖਦੇ ਹਾਂ ਜਿਓਮੈਟਰੀਕਲ ਇੰਟਰਪ੍ਰੀਟੇਸ਼ਨ ਇਹਦੇ ਵਾਸਤੇ, ਇਹਨੂੰ ਸਮਝਣ ਵਾਸਤੇ, ਠੀਕ ਹੈ। ਸੋ ਵਰੀ ਨਹੀਂ ਕਰਨਾ, ਇਹਨੂੰ ਧਿਆਨ ਨਾਲ ਸਮਝਣਾ ਇੱਕ ਇੱਕ ਸਟੈਪ ਨੂੰ। ਤਾਂ ਪਹਿਲਾਂ ਆਪਾਂ ਕੀ ਗੱਲ ਕਹਿ ਕੇ ਗਏ ਸੀ? ਦੇਖੋ, ਫੰਕਸ਼ਨ ਇਜ਼ ਕੰਟੀਨਿਊਸ ਇਨ ਕਲੋਜ਼ਡ ਇੰਟਰਵਲ ਏ ਬੀ। ਤਾਂ ਮੈਂ ਆਹੀ ਹੈਡਿੰਗ ਬਣਾਇਆ ਕਿ ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਉਹ ਹੈ ਜਿਹੜਾ ਆਪਾਂ ਪੜ੍ਹਿਆ ਕੰਟੀਨਿਊਟੀ 'ਚ ਕਿ ਕਲੋਜ਼ਡ ਇੰਟਰਵਲ 'ਚ ਕੰਟੀਨਿਊਸ ਕਦੋਂ ਹੋਏਗਾ? ਮਤਲਬ ਕਿ ਕਲੋਜ਼ਡ ਇੰਟਰਵਲ 'ਚ ਕੋਈ ਗੈਪ ਨਹੀਂ ਹੋਣਾ ਚਾਹੀਦਾ, ਕਿਤੇ ਵੀ ਬ੍ਰੇਕ ਨਹੀਂ ਹੋਣੀ ਚਾਹੀਦੀ ਗ੍ਰਾਫ 'ਚ, ਕਿਤੇ ਵੀ ਜੰਪ ਨਹੀਂ ਚਾਹੀਦਾ। ਜਿਵੇਂ ਕਿ ਇਹ ਦੇਖੋ, ਇੱਕ ਗ੍ਰਾਫ ਬਣਾਇਆ ਮੈਂ, ਉਹਦੇ 'ਚ ਕਿਤੇ ਕੋਈ ਗੈਪ ਆਇਆ? ਨੋ। ਬ੍ਰੇਕ ਆਈ? ਨੋ। ਜੰਪ ਆਇਆ? ਨੋ। ਤਾਂ ਇੱਥੇ ਟਿਕ ਲਗਾਈ ਹੈ, ਮਤਲਬ ਇਸ ਤਰ੍ਹਾਂ ਦਾ ਚਾਹੀਦਾ ਆਪਾਂ ਨੂੰ। ਮਤਲਬ ਰੋਲਸ ਕਹਿ ਰਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਫੰਕਸ਼ਨ ਦਿਓ ਜਿਨ੍ਹਾਂ ਦੇ ਗ੍ਰਾਫ ਕੰਟੀਨਿਊਸ ਹੋਣ, ਬਿਨਾਂ ਟੁੱਟੇ ਹੋਣ। ਓਕੇ, ਨੈਕਸਟ ਇਸ ਤਰ੍ਹਾਂ ਵੀ ਚੱਲ ਜਾਏਗਾ ਕਿਉਂਕਿ ਇਹਦੇ 'ਚ ਵੀ ਦੇਖੋ ਕੋਈ ਗੈਪ ਨਹੀਂ ਹੈ, ਕੋਈ ਬ੍ਰੇਕ ਨਹੀਂ ਹੈ, ਕੋਈ ਜੰਪ ਨਹੀਂ ਹੈ। ਤਾਂ ਪਹਿਲਾ ਸਟੈਪ ਇਹੀ ਹੈ ਕਿ ਫੰਕਸ਼ਨ ਕੰਟੀਨਿਊਸ ਹੋਣਾ ਚਾਹੀਦਾ ਹੈ। ਕੰਟੀਨਿਊਸ ਮਤਲਬ ਉਹਦੇ ਗ੍ਰਾਫ ਦੇ ਵਿੱਚ ਕਿਤੇ ਵੀ ਗੈਪ ਜਾਂ ਜੰਪ ਨਹੀਂ ਹੋਣੇ ਚਾਹੀਦੇ ਹੈਗੇ, ਬ੍ਰੇਕ ਨਹੀਂ ਹੋਣੀ ਚਾਹੀਦੀ ਉਸ ਇੰਟਰਵਲ ਦੇ ਦੌਰਾਨ ਜਿਹੜਾ ਉਹਨੇ ਕਿਹਾ ਹੋਇਆ ਹੈ। ਨੈਕਸਟ ਇੱਕ ਰੋਜ਼ ਟਿਕ ਲਗਾਈ ਹੈ, ਟਿਕ ਮਤਲਬ ਇੱਦਾਂ ਦਾ ਚੱਲੂਗਾ ਆਪਾਂ ਨੂੰ। ਨੈਕਸਟ ਕਿੱਦਾਂ ਦੇ ਆਪਾਂ ਨੂੰ ਨਹੀਂ ਚਾਹੀਦੇ, ਮੈਂ ਕ੍ਰੋਸ ਲਗਾਇਆ, ਦੇਖੋ ਧਿਆਨ ਨਾਲ ਕਿ ਆ ਦੇਖੋ ਜਿਵੇਂ A ਤੋਂ B ਤੱਕ ਦਾ ਸੀਗਾ, ਇੱਥੇ ਮੈਂ A ਤੇ B ਵੀ ਸ਼ੋਅ ਕੀਤਾ, ਬਟ ਇੱਥੇ ਕਿ ਗ੍ਰਾਫ ਟੁੱਟ ਗਿਆ ਤਾਂ ਰੋਲਸ ਕਹਿੰਦੀ ਹੈ ਕਿ ਇਹ ਜਿਹੜੇ ਗ੍ਰਾਫ ਇੱਦਾਂ ਦੇ ਇਹਨੂੰ ਤਾਂ ਪਰਾਂ ਕਰ ਲਓ, ਇੱਦਾਂ ਦੇ ਗ੍ਰਾਫ ਦੇ ਬਾਰੇ ਮੈਂ ਕੁਝ ਨਹੀਂ ਬੋਲਣਾ ਗਾ, ਠੀਕ ਹੈ। ਨੈਕਸਟ ਇਹ ਵਾਲਾ ਹੈ, ਦੇਖੋ ਇੱਥੇ ਜੰਪ ਆ ਗਿਆ, ਇੱਥੇ ਵੀ ਮੈਂ ਕ੍ਰੋਸ ਲਗਾਇਆ ਤਾਂ ਇਹਦੇ ਬਾਰੇ ਵੀ ਰੋਲਸ ਨੇ ਇਹੀ ਕਿਹਾ ਕਿ ਇੱਦਾਂ ਦੇ ਗ੍ਰਾਫ ਮਿਹਰਬਾਨੀ ਕਰਕੇ ਮੇਰੇ ਅੱਗੇ ਨਾ ਲਿਆਓ ਕਿਉਂਕਿ ਇਹਦੇ ਬਾਰੇ ਕੁਝ ਨਹੀਂ ਕਹਿਣਾ, ਸਿਰਫ ਇਹਨਾਂ ਗ੍ਰਾਫਸ ਬਾਰੇ ਕਹਿਣਾ ਜਿਹੜੇ ਕਿ ਕੰਟੀਨਿਊਸ ਹੈਗੇ ਆ ਉਸ ਇੰਟਰਵਲ ਦੇ ਵਿੱਚ ਬਿਨਾਂ ਟੁੱਟੇ ਚੱਲ ਰਹੇ ਜਿਹੜੇ। ਉਮੀਦ ਹੈ ਕਿ ਪਹਿਲਾ ਪੁਆਇੰਟ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਹੁਣ ਸੈਕਿੰਡ ਦੇਖਦੇ ਹਾਂ ਆਪਾਂ। ਸੈਕਿੰਡ ਨੂੰ ਆਪਾਂ ਸਟੇਟਮੈਂਟ 'ਚ ਕੀ ਕਹਿ ਕੇ ਆਏ ਹਾਂ? ਐਫ ਆਫ ਐਕਸ ਇਜ਼ ਡਿਰਾਈਵੇਬਲ ਇਨ ਓਪਨ ਇੰਟਰਵਲ ਏ ਟੂ ਬੀ। ਡਿਰਾਈਵੇਬਲ ਦਾ ਜੇ ਆਪਾਂ ਪੁਰਾਣਾ ਰਿਵਾਈਜ਼ ਕਰੀਏ ਲੈਕਚਰ ਤਾਂ ਆਪਾਂ ਕਹਿੰਦੇ ਸੀ ਕਿ ਡਰਾਈਵੇਬਿਲਿਟੀ ਦਾ ਮਤਲਬ ਹੈ
कि ਕਰਵ ਦਾ ਸਮੂਦ ਹੋਣਾ ਮਤਲਬ ਕੋਈ ਕੋਰਨਰ ਨਾ ਬਣੇ, ਕੋਈ ਕਸਪ ਨਾ ਬਣੇ, ਤਾਂ ਕਿ ਜਿੱਥੇ ਵੀ ਆਪਾਂ ਟੈਂਜੈਂਟ ਖਿੱਚੀਏ ਇੱਕ ਪੁਆਇੰਟ ਦੇ ਤਾਂ ਉਸ ਪੁਆਇੰਟ ਦੇ ਉੱਪਰ ਸਿਰਫ ਇੱਕ ਹੀ ਟੈਂਜੈਂਟ ਬਣਨਾ ਚਾਹੀਦਾ, ਇੱਕ ਤੋਂ ਜ਼ਿਆਦਾ ਨਹੀਂ ਬਣਨਾ ਚਾਹੀਦਾ। ਉਹਨੂੰ ਹੁਣ ਆਪਾਂ ਸਮਝਦੇ ਹਾਂ। ਦੇਖੋ ਤਾਂ ਇੱਕ ਕਰਵ ਮੈਂ ਇਹ ਵਾਲੀ ਬਣਾ ਲਈ, ਤਾਂ ਏ ਪੁਆਇੰਟ ਤੇ ਇੱਕ ਟੈਂਜੈਂਟ ਬਣਾਇਆ, ਠੀਕ ਹੈ, ਇੱਕ ਹੀ ਬਣ ਰਿਹਾ, ਦੂਜਾ ਤਾਂ ਬਣ ਨਹੀਂ ਰਿਹਾ। ਫਿਰ ਮੈਂ ਬੀ ਪੁਆਇੰਟ ਮਾਰਕ ਕੀਤਾ, ਟੈਂਜੈਂਟ ਬਣਾਇਆ, ਇਹ ਬੀ ਦੇ ਉੱਪਰ। ਆਪਾਂ ਇੱਕ ਪੁਆਇੰਟ ਦੇ ਉੱਪਰ ਇੱਕ ਟੈਂਜੈਂਟ ਦੀ ਗੱਲ ਕਰ ਰਹੇ ਹਾਂ, ਧਿਆਨ ਰੱਖਣਾ। ਤਾਂ ਬੀ ਦੇ ਉੱਪਰ ਵੀ ਇੱਕ ਹੀ ਟੈਂਜੈਂਟ ਬਣ ਰਿਹਾ, ਜ਼ਿਆਦਾ ਨਹੀਂ ਬਣ ਰਹੇ। ਸੀ ਦੇ ਉੱਪਰ ਵੀ ਇੱਕ ਹੀ ਟੈਂਜੈਂਟ ਬਣ ਰਿਹਾ। ਤਾਂ ਇੱਦਾਂ ਦੀਆਂ ਕਰਵਸ ਰੋਲ ਕਹਿੰਦੇ ਕਿ ਇੱਦਾਂ ਦੀਆਂ ਕਰਵਸ ਦਾ ਮੈਂ ਵੈਲਕਮ ਕਰਨਾ, ਇੱਦਾਂ ਦੀਆਂ ਕਰਵਸ ਚਾਹੀਦੀਆਂ ਮੈਨੂੰ। ਤਾਂ ਇੱਥੇ ਟਿਕ ਲਗਾਈ ਹੈ ਕਿ ਕਰਵਸ ਸਮੂਥ ਚਾਹੀਦੀਆਂ ਆਪਾਂ ਨੂੰ। ਇਹੀ ਮਤਲਬ ਹੈ ਡਿਫਰੈਂਸ਼ੀਏਬਿਲਿਟੀ ਦਾ। ਇਸ ਤਰ੍ਹਾਂ ਦਾ ਗ੍ਰਾਫ ਵੀ ਚੱਲ ਜਾਏਗਾ। ਏ ਪੁਆਇੰਟ ਮਾਰਕ ਕੀਤਾ, ਦੇਖਿਆ ਇੱਕ ਹੀ ਟੈਂਜੈਂਟ ਬਣ ਰਿਹਾ, ਏ ਤੇ ਜ਼ਿਆਦਾ ਤਾਂ ਬਣ ਨਹੀਂ ਰਹੇ। ਜੇ ਬੀ ਪੁਆਇੰਟ ਤੇ ਚੈੱਕ ਕੀਤਾ, ਬੀ ਤੇ ਵੀ ਇੱਕੋ ਟੈਂਜੈਂਟ ਬਣ ਰਿਹਾ। ਸੀ ਚੈੱਕ ਕੀਤਾ, ਸੀ ਤੇ ਵੀ ਇੱਕੋ ਟੈਂਜੈਂਟ ਬਣ ਰਿਹਾ। ਦੇਖੋ ਮੈਂ ਟਿਕ ਲਗਾਈ ਹੈ, ਮਤਲਬ ਇੱਦਾਂ ਦੇ ਗ੍ਰਾਫ ਜਿਹੜੇ ਆਪਾਂ ਨੂੰ ਸਵੀਕਾਰ ਹੈ, ਜਿਹੜੇ ਕਿ ਬਿਨਾਂ ਟੁੱਟੇ ਹੈ, ਸਮੂਥ ਹੈਗੇ ਹੈ। ਕੋਈ ਵੀ ਪੁਆਇੰਟ ਦੇ ਉੱਪਰ ਆਪਾਂ ਡੋਟ ਲਗਾ ਲਈਏ ਕਰਵ ਦੇ ਉੱਪਰ, ਤਾਂ ਉੱਥੇ ਟੈਂਜੈਂਟ ਇੱਕ ਹੀ ਬਣਦਾ ਹੈ, ਉਸ ਪੁਆਇੰਟ 'ਤੇ ਇੱਕ ਤੋਂ ਜ਼ਿਆਦਾ ਨਹੀਂ ਬਣਦੇ। ਹੁਣ ਕਿੱਦਾਂ ਦੀਆਂ ਕਰਵਸ ਨੂੰ ਰੋਲਸ ਰਿਜੈਕਟ ਕਰਦੇ ਵੀ ਇੱਦਾਂ ਦੀਆਂ ਮੇਰੇ ਸਾਹਮਣੇ ਬਿਲਕੁਲ ਨਾ ਲਿਆਓ। ਦੇਖੋ ਕਰਵ ਇਹ ਵਾਲੀ ਆਪਾਂ ਪੇਸ਼ ਕਰਤੀ ਰੋਲ ਦੇ ਸਾਹਮਣੇ, ਇੱਥੇ ਕਿਸੇ ਕੋਰਨਰ, ਇੱਥੇ ਤਾਂ ਬਣ ਗਏ ਟੈਂਜੈਂਟਸ ਵਾਧੂ। ਤਾਂ ਰੋਲ ਨੇ ਲਗਾਤਾ ਕਾਂਟਾ, ਕਹਿੰਦਾ ਕਿ ਇੱਦਾਂ ਦੀਆਂ ਮੈਨੂੰ ਨਹੀਂ ਚਾਹੀਦੀਆਂ ਗੀਆਂ, ਇੱਦਾਂ ਦੇ ਫੰਕਸ਼ਨਸ ਨਹੀਂ ਚਾਹੀਦੇ। ਉਸ ਤੋਂ ਬਾਅਦ ਇੱਕ ਕਸਪ ਦੱਸਿਆ ਸੀ ਤੁਹਾਨੂੰ, CUSP। ਤਾਂ ਇੱਥੇ ਵੀ ਕੀ ਇੱਕ ਕੋਰਨਰ ਬਣਨ ਕਰਕੇ ਬਹੁਤ ਸਾਰੇ ਟੈਂਜੈਂਟਸ ਬਣ ਗਏ, ਤਾਂ ਇੱਥੇ ਕ੍ਰੋਸ ਲਗਾਤਾ। ਰੋਲਸ ਕਹਿੰਦੀ ਇਹਦੇ ਬਾਰੇ ਕੁਝ ਨਹੀਂ ਬੋਲਣਾ, ਓਕੇ। ਫਿਰ ਇੱਥੇ ਦੇਖਿਆ ਕੋਰਨਰ ਬਣ ਰਿਹਾ ਹੈ, ਇਸ ਕੋਰਨਰ 'ਤੇ ਕਿ ਬਹੁਤ ਸਾਰੇ ਟੈਂਜੈਂਟਸ ਬਣ ਗਏ। ਇਹਦਾ ਮਤਲਬ ਕੀ ਹੈ, ਡਿਫਰੈਂਸ਼ੀਏਬਿਲਿਟੀ ਤਾਂ ਬ੍ਰੇਕ ਹੋ ਰਹੀ ਹੈ ਇੱਥੇ। ਤਾਂ ਇੱਥੇ ਵੀ ਕ੍ਰੋਸ ਲਗਾਤਾ ਕਿ ਇੱਦਾਂ ਦੇ ਗ੍ਰਾਫ ਮੈਨੂੰ ਨਹੀਂ ਚਾਹੀਦੇ, ਇੱਦਾਂ ਦੇ ਫੰਕਸ਼ਨ ਮੈਨੂੰ ਨਾ ਪਸੰਦ ਹੈ। ਇਹ ਵਾਲੇ ਜਿਹੜੇ ਹੈਗੇ ਇੱਦਾਂ ਦੇ ਫੰਕਸ਼ਨਸ ਪਸੰਦ ਹੈ, ਜਿਹੜੇ ਕਿ ਸਮੂਥ ਬਣਨ ਜਿਨ੍ਹਾਂ ਦੇ ਗ੍ਰਾਫ। ਠੀਕ ਹੈ ਜੀ, ਉਮੀਦ ਹੈ ਕਿ ਹੁਣ ਸੈਕਿੰਡ ਪੁਆਇੰਟ ਵੀ ਬੱਚਿਆਂ ਨੂੰ ਕਲੀਅਰ ਹੋਏਗਾ। ਠੀਕ ਹੈ, ਇੱਕ ਵਾਰੀ ਆਪਾਂ ਦੋ ਪੜ੍ਹ ਲਏ, ਤੀਜਾ ਪੜ੍ਹਦੇ ਫਿਰ ਆਪਾਂ ਇੱਕ ਨੂੰ ਰੀਕੈਪ ਕਰਾਂਗੇ। ਓਕੇ, ਥਰਡ ਦੇਖੋ। ਥਰਡ ਜਿਹੜਾ ਬਹੁਤ ਈਜ਼ੀ ਹੈ। ਉਹਨੇ ਕਿਹਾ ਐਫ ਆਫ ਏ ਇਜ਼ ਇਕਲ ਟੂ ਐਫ ਆਫ ਬੀ। ਸਟੇਟਮੈਂਟ 'ਚ ਆਪਾਂ ਕਿਹਾ ਸੀ, ਦੇਖ ਲਓ ਇੱਕ ਵਾਰੀ ਸਟੇਟਮੈਂਟ ਵਾਲਾ ਪੇਜ। ਤਾਂ ਐਫ ਆਫ ਏ ਇਜ਼ ਇਕਲ ਟੂ ਐਫ ਆਫ ਬੀ ਆਪਾਂ ਚੈੱਕ ਕਰਨ ਲੱਗੇ। ਠੀਕ ਹੈ, ਤਾਂ ਜੇ ਆਪਾਂ ਕਰਵ ਦੀ ਗੱਲ ਕਰੀਏ ਤਾਂ ਏ ਪੁਆਇੰਟ ਹੈ, ਇਹਦਾ ਐਬਸੀਸਾ ਏ ਹੈ। ਠੀਕ ਹੈ ਜੀ, ਕੈਪੀਟਲ ਏ ਹੈ ਜਿਹੜਾ, ਉਹਦਾ ਐਬਸੀਸਾ ਏ ਹੈ। ਜਦੋਂ ਆਪਾਂ ਫੰਕਸ਼ਨ 'ਚ ਭਰਾਂਗੇ ਤਾਂ ਉਹਦਾ ਕੀ ਆ ਜਾਂਦਾ, ਵਾਈ, ਉਹ ਕੀ ਬਣ ਜਾਂਦਾ, ਐਫ ਆਫ ਏ। ਇਹ ਦੇਖ ਸਕਦੇ ਹੋ ਤੁਸੀਂ ਇੱਥੇ। ਫਿਰ ਬੀ ਪੁਆਇੰਟ ਹੈ ਜਿਹੜਾ, ਉਹਦਾ ਐਬਸੀਸਾ ਕਿੰਨਾ ਸੀ, ਸਮੋਲ ਬੀ। ਜਦੋਂ ਆਪਾਂ ਫੰਕਸ਼ਨ 'ਚ ਭਰਦੇ ਹਾਂ, ਮਤਲਬ ਐਫ ਆਫ ਐਕਸ 'ਚ ਭਰਦੇ ਹਾਂ, ਐਕਸ ਦੀ ਵੈਲਿਊ ਬੀ, ਤਾਂ ਉਹ ਵਾਈ ਦੀ ਵੈਲਿਊ ਆ ਜਾਂਦੀ ਐਫ ਆਫ ਬੀ। ਤਾਂ ਰੋਲਸ ਕੀ ਕਹਿ ਰਹੀ ਹੈ ਕਿ ਐਫ ਆਫ ਏ ਤੇ ਐਫ ਆਫ ਬੀ ਦੋਨੇ ਬਰਾਬਰ ਹੋਣੀਆਂ ਚਾਹੀਦੀਆਂ। ਤਾਂ ਗ੍ਰਾਫ 'ਚ ਐਫ ਆਫ ਏ ਕੀ ਹੈ, ਹਾਈਟ ਹੈ ਇਹਦੀ, ਜਿੱਥੋਂ ਕਰਵ ਸਟਾਰਟ ਹੋਈ ਹੈ। ਐਫ ਆਫ ਬੀ ਕੀ ਹੈ, ਹਾਈਟ ਹੈ ਕਰਵ ਦੀ, ਕਿੱਥੇ, ਜਿੱਥੇ ਕਰਵ ਖਤਮ ਹੋਈ ਹੈ। ਤਾਂ ਕੁੱਲ ਮਿਲਾ ਕੇ ਰੋਲਸ ਇਹ ਕਹਿਣਾ ਚਾਹੁੰਦੀ ਹੈ ਕਿ ਕਰਵ ਜਿੰਨੀ ਹਾਈਟ ਤੋਂ ਸ਼ੁਰੂ ਹੋਈ ਹੋਵੇ ਉਨੀ ਹਾਈਟ 'ਤੇ ਹੀ ਖਤਮ ਹੋਣੀ ਚਾਹੀਦੀ ਹੈ। ਇਹ ਨਾ ਹੋਵੇ ਕਿਸੇ ਉੱਚੀ ਹਾਈਟ ਤੋਂ ਸ਼ੁਰੂ ਹੋ ਜੇ ਤੇ ਕਿਸੇ ਨੀਵੀਂ ਹਾਈਟ 'ਤੇ ਖਤਮ ਹੋ ਜੇ। ਤਾਂ ਐਫ ਆਫ ਏ ਤੇ ਐਫ ਆਫ ਬੀ ਦਾ ਬਰਾਬਰ ਹੋਣਾ ਜ਼ਰੂਰੀ ਹੈ। ਇਹ ਤੀਜੀ ਕੰਡੀਸ਼ਨ ਨੂੰ ਰੋਲਸ ਨੇ ਲਗਾਈ ਹੈ ਆਪਦੀ ਥਿਊਰਮ 'ਚ। ਇਸ ਤਰ੍ਹਾਂ ਵੀ ਚੱਲ ਜਾਏਗਾ। ਦੇਖੋ ਕਰਵ ਹੈ ਜਿਹੜੀ, ਇਸ ਤਰ੍ਹਾਂ ਬਣਾ ਲਈ ਆਪਾਂ। ਏ ਹੈ ਜਿਹੜਾ, ਉਹਦਾ ਐਬਸੀਸਾ ਸਮੋਲ ਏ ਹੈ, ਹਾਈਟ ਉਹਦੀ ਐਫ ਆਫ ਏ। ਕੈਪੀਟਲ ਬੀ ਦੇਖੀਏ, ਉਹਦਾ ਐਬਸੀਸਾ ਸਮੋਲ ਬੀ ਹੈ, ਹਾਈਟ ਕਿੰਨੀ ਹੈ, ਐਫ ਆਫ ਬੀ। ਤਾਂ ਐਫ ਆਫ ਏ ਤੇ ਐਫ ਆਫ ਬੀ, ਦੇਖੋ ਡਾਇਗਰਾਮ ਉਸੇ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਐਫ ਆਫ ਏ ਤੇ ਐਫ ਆਫ ਬੀ ਦੋਨੇ ਬਰਾਬਰ ਹੋਣੀਆਂ ਚਾਹੀਦੀਆਂ। ਤਾਂ ਇੱਥੇ ਦੋਨਾਂ ਤੇ ਟਿਕ ਲਗਾਈ ਹੈ ਮੈਂ, ਤੁਸੀਂ ਦੇਖ ਸਕਦੇ ਹੋ, ਇਸ ਤੇ ਵੀ, ਇਸ ਤੇ ਵੀ। ਇਹਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਕਰਵਸ ਰੋਲਸ ਨੂੰ ਚਾਹੀਦੀਆਂ, ਜਿਹੜੀਆਂ ਕਿ ਸੇਮ ਹਾਈਟ ਤੋਂ ਸਟਾਰਟ ਹੋਣ ਤੇ ਸੇਮ ਹਾਈਟ ਤੇ ਖਤਮ ਹੋਣਾ। ਮੈਂ ਲਿਖਿਆ ਵੀ ਹੈ, ਦੇਖੋ, ਦੈਟ ਇਜ਼ ਕਰਵ ਜਿਹੜੀ ਵੀ ਆਪਾਂ ਚੂਜ਼ ਕਰਾਂਗੇ ਸ਼ੁੱਡ ਸਟਾਰਟ ਐਂਡ ਐਂਡ ਵਿਦ ਸੇਮ ਹਾਈਟ। ਬਰਾਬਰ ਉਚਾਈ ਤੋਂ ਸ਼ੁਰੂ ਹੋਵੇ, ਬਰਾਬਰ ਉਚਾਈ ਤੇ ਹੀ ਖਤਮ ਹੋਵੇ। ਤਾਂ ਕਿੱਦਾਂ ਦੀਆਂ ਨਹੀਂ ਚਾਹੀਦੀਆਂ ਉਹਨਾਂ ਨੂੰ ਵੀ ਦੇਖ ਲੈਂਦੇ ਆਪਾਂ। ਆ ਦੇਖੋ, ਇਹ ਕਰਵ ਏ ਵਾਲੀ ਰੱਖਤੀ ਆਪਾਂ, ਇਹਦੀ ਹਾਈਟ ਦੇਖੋ ਐਫ ਆਫ ਏ, ਐਫ ਆਫ ਬੀ ਦੇਖੋ ਕਿੰਨੀ ਵੱਡੀ ਹੋ ਗਈ। ਤਾਂ ਰੋਲਸ ਕਹਿ ਰਿਹਾ ਕਿ ਇਹਨਾਂ ਨੂੰ ਮੇਰੇ ਤੋਂ ਪਰਾਂ ਕਰ ਲਓ, ਇੱਦਾਂ ਇਹਨਾਂ ਬਾਰੇ ਮੈਂ ਕੁਝ ਨਹੀਂ ਕਹਿਣਾਗਾ। ਓਕੇ, ਇਹ ਦੇਖੋ ਨੈਕਸਟ ਹੈ
ਹਾਈਟ ਪਹਿਲਾਂ ਬਹੁਤ ਜ਼ਿਆਦਾ ਸੀ ਕਰਵ ਦੀ, ਜਦੋਂ ਸ਼ੁਰੂ ਹੋਈ ਹੈ ਐਂਡ ਤੇ ਆ ਕੇ ਹਾਈਟ ਘਟ ਗਈ, ਤਾਂ ਰੋਲਸ ਨੇ ਕਿਹਾ ਕਿ ਕ੍ਰੋਸ ਲਗਾਓ, ਇਹਨਾਂ ਨੂੰ ਪਰਾਂ ਕਰੋ, ਇਹਨਾਂ ਬਾਰੇ ਕੁਝ ਨਹੀਂ ਬੋਲਣਾ ਆਪਾਂ। ਤਾਂ ਆਪਾਂ ਨੂੰ ਚਾਹੀਦੀਆਂ ਇਹ ਵਾਲੀਆਂ। ਹੁਣ ਉਮੀਦ ਹੈ ਕਿ 3 ਪੁਆਇੰਟਸ ਤੁਹਾਨੂੰ ਕਲੀਅਰ ਹੋ ਗਏ ਹੋਣਗੇ। ਹੁਣ ਇੱਕ ਵਾਰੀ ਰੀਕੈਪ ਕਰਦੇ ਹਾਂ ਕਿਉਂਕਿ ਫਿਰ ਆਪਾਂ ਨੈਕਸਟ ਦੇਖਾਂਗੇ। ਤਾਂ ਪਹਿਲੀ ਚੀਜ਼ ਦੇਖੋ, ਰੋਲਸ ਨੇ ਕਿਹਾ ਕਿ ਮੇਰੇ ਕੋਲ ਕੰਟੀਨਿਊਸ ਕਰਵਸ ਹੋਣੇ ਚਾਹੀਦੇ, ਕੰਟੀਨਿਊਸ ਫੰਕਸ਼ਨ ਹੋਣੇ ਚਾਹੀਦੇ ਜਿਹੜੇ ਕਿ ਬਿਨਾਂ ਟੁੱਟੇ ਬਿਨਾਂ ਜੰਪ ਦੇ ਹੋਣ। ਡਿਰਾਈਵੇਬਲ ਦਾ ਮਤਲਬ ਕੀ ਹੈ, ਓਪਨ ਇੰਟਰਵਲ ਦੇ ਵਿੱਚ। ਹਾਂ, ਇਹਦਾ ਵੀ ਧਿਆਨ ਰੱਖਣਾ ਹੈ ਕਿ ਕੰਟੀਨਿਊਟੀ ਕਲੋਜ਼ਡ ਇੰਟਰਵਲ 'ਚ ਹੈ, ਇਹਨੂੰ ਆਪਾਂ ਇਗਨੋਰ ਨਹੀਂ ਕਰਨਾਗਾ। ਬੱਚੇ ਇਹਦੇ ਤੇ ਕਿਤੇ ਕਿਹੜਾ ਬ੍ਰੈਕਟ ਪਾ ਦਿੰਦੇ, ਕਿਤੇ ਕਿਹੜਾ ਪਾ ਦਿੰਦੇ ਆ, ਉਹ ਗਲਤ ਹੋ ਜਾਊਗਾ। ਕੰਟੀਨਿਊਟੀ ਦੀ ਗੱਲ ਕਰਨੀ ਹੈ ਕਲੋਜ਼ਡ ਇੰਟਰਵਲ ਤੇ ਡਿਰਾਈਵੇਬਿਲਿਟੀ ਦੀ ਗੱਲ ਕਰਨੀ ਹੈ ਓਪਨ ਇੰਟਰਵਲ ਤੇ। ਆਪਣੀ ਮਰਜ਼ੀ ਨਹੀਂ ਚੱਲਣੀ, ਥਿਊਰਮ ਨੂੰ ਫੋਲੋ ਕਰਨਾ ਪਊਗਾ ਆਪਾਂ ਨੂੰ, ਠੀਕ ਹੈ। ਓਕੇ, ਡਿਫਰੈਂਸ਼ੀਏਬਿਲਿਟੀ ਬਾਰੇ ਕੀ ਕਿਹਾ ਕਿ ਕਰਵਸ ਸਾਨੂੰ ਸਮੂਥ ਚਾਹੀਦੀਆਂ। ਸਮੂਥਨੈਸ ਦਾ ਮਤਲਬ ਕਿ ਜੇ ਆਪਾਂ ਕੋਈ ਵੀ ਪੁਆਇੰਟ ਲਗਾਈਏ ਉਸ ਪੁਆਇੰਟ ਤੇ ਇੱਕ ਹੀ ਟੈਂਜੈਂਟ ਬਣਨਾ ਚਾਹੀਦਾ, ਇੱਕ ਤੋਂ ਜ਼ਿਆਦਾ ਨਹੀਂ ਬਣਨੇ ਚਾਹੀਦੇ। ਤੀਜਾ ਪੁਆਇੰਟ ਦੇਖਦੇ ਹਾਂ, ਐਫ ਆਫ ਏ ਇਜ਼ ਇਕੁਅਲ ਟੂ ਐਫ ਆਫ ਬੀ ਦਾ ਮਤਲਬ ਇਹ ਕੱਢਿਆ ਸੀ ਆਪਾਂ ਕਿ ਕਰਵ ਜਿੰਨੀ ਹਾਈਟ ਤੋਂ ਸ਼ੁਰੂ ਹੋਵੇ ਓਨੀ ਹਾਈਟ ਤੇ ਹੀ ਖਤਮ ਹੋਣੀ ਚਾਹੀਦੀ ਹੈ। ਹੁਣ ਆਪਾਂ ਨੈਕਸਟ ਲਾਈਨ ਪੜ੍ਹਦੇ ਹਾਂ ਤੇ ਅਗਲੇ ਪੇਜ ਤੋਂ ਇਹਨੂੰ ਆਪਾਂ ਇਹਦੀ ਐਕਸਪਲੇਨੇਸ਼ਨ ਕਰਾਂਗੇ। ਤਾਂ ਉਹ ਕਹਿੰਦਾ ਜੇ ਇਸ ਤਰ੍ਹਾਂ ਦੀ ਕਰਵ ਮੈਨੂੰ ਦੇ ਦਿਓ ਜਿਹੜੀਆਂ ਕਿ ਇਹ ਤਿੰਨੇ ਕੰਡੀਸ਼ਨਾਂ ਪੂਰੀਆਂ ਕਰੇ, ਤਾਂ ਰੋਲਸ ਕਹਿੰਦਾ ਕਿ ਇੱਕ ਚੀਜ਼ ਦਾ ਮੈਂ ਦਾਅਵਾ ਕਰਦਾ। ਉਹ ਕੀ ਦਾਅਵਾ ਹੈ ਉਹ ਪੜ੍ਹਦੇ ਹਾਂ ਆਪਾਂ। then there exists at least one real number c in open interval a to b such that f dash c is equal to 0। ਤਾਂ ਰੋਲਸ ਕਹਿੰਦੀ ਹੈ ਕਿ ਤੁਹਾਨੂੰ ਉਸ ਇੰਟਰਵਲ 'ਚ ਘੱਟੋ ਘੱਟ ਇੱਕ, ਇਹ ਬਹੁਤ ਇੰਪੋਰਟੈਂਟ ਹੈ, ਕਈ ਆਥਰਸ ਨਹੀਂ ਲਿਖਦੇ ਤਾਂ ਆਪਾਂ ਧਿਆਨ ਰੱਖਣਾ ਹੈ, ਗਲਤੀ ਨਹੀਂ ਕਰਨੀ। ਘੱਟੋ ਘੱਟ ਇੱਕ ਰੀਅਲ ਨੰਬਰ c ਇਸ ਇੰਟਰਵਲ 'ਚ ਹੋਏਗਾ ਹੀ ਹੋਏਗਾ ਜਿੱਥੇ ਕਿ f dash c ਦੀ ਵੈਲਿਊ ਕਿੰਨੀ ਹੋਏਗੀ, 0। ਇਹ ਆਪਾਂ ਪਹਿਲੀ ਵੀਡੀਓ 'ਚ ਸਮਝਿਆ ਸੀ ਕਿ ਐਫ ਡੈਸ਼ ਸੀ 0 ਕਦੋਂ ਹੁੰਦਾ ਹੈ, ਜਦੋਂ ਆਪਣਾ ਟੈਂਜੈਂਟ ਹੈ ਜਿਹੜਾ ਸੀ ਪੁਆਇੰਟ ਤੇ ਪੈਰਲਲ ਟੂ ਐਕਸ ਐਕਸਿਸ ਹੋ ਜਾਂਦਾ ਹੈ। ਇਹਨੂੰ ਆਪਾਂ ਹੋਰ ਥੋੜਾ ਜਿਹਾ ਸਮਝਦੇ ਹਾਂ ਧਿਆਨ ਨਾਲ, ਠੀਕ ਹੈ। ਇਹਦਾ ਦੇਖੋ, ਤਾਂ ਅੱਜ ਵੀ ਮੈਂ ਇੱਥੇ ਇੱਕ ਦਿਖਾਈ ਹੈ ਡਾਇਗਰਾਮ ਇਸ ਚੀਜ਼ ਨੂੰ ਸਮਝਣ ਵਾਸਤੇ ਕਿ ਰੋਲਸ ਕੀ ਦਾਅਵਾ ਕਰ ਰਹੀ ਹੈ। ਉਹ ਕਹਿ ਰਹੇ ਇਸ ਤਰ੍ਹਾਂ ਮੰਨ ਲਓ ਇੱਕ ਕਰਵ ਹੈ, ਇਹ ਕਰਵ ਤਿੰਨੇ ਕੰਡੀਸ਼ਨਾਂ ਪੂਰੀਆਂ ਕਰਨ ਵਾਲੀਆਂ ਹੀ ਬਣਾਈਆਂ ਸਾਰੀਆਂ ਮੈਂ, ਠੀਕ ਹੈ। ਜਿਵੇਂ ਕਿ ਇਹ ਕੰਟੀਨਿਊਸ ਵੀ ਹੈ, ਡਿਰਾਈਵੇਬਲ ਵੀ ਹੈ ਓਪਨ ਇੰਟਰਵਲ 'ਚ, ਤੇ ਹਾਈਟ ਸੇਮ ਤੋਂ ਸ਼ੁਰੂ ਹੋ ਕੇ ਸੇਮ ਹਾਈਟ ਤੇ ਖਤਮ ਹੋ ਰਹੀ ਹੈ। ਤਾਂ ਇੱਕ ਪੁਆਇੰਟ ਸੀ ਉਹਨੇ ਕਿਹਾ ਸੀ ਕਿ ਜ਼ਰੂਰ ਲੱਭੇਗਾ ਰੋਲਸ ਨੇ। ਆ ਦੇਖੋ ਇੱਕ ਪੁਆਇੰਟ ਸੀ ਲੱਭ ਗਿਆ, ਠੀਕ ਹੈ ਜੀ। ਉਹਦੇ ਉੱਪਰ ਜਦੋਂ ਆਪਾਂ ਟੈਂਜੈਂਟ ਬਣਾਇਆ, ਉਹ ਟੈਂਜੈਂਟ ਕੀ ਹੋ ਗਿਆ, ਐਕਸ ਐਕਸਿਸ ਦੇ ਪੈਰਲਲ। ਇਹੀ ਰੋਲਸ ਨੇ ਕਿਹਾ ਕਿ ਇੱਕ ਟੈਂਜੈਂਟ ਪੱਕਾ ਲੱਭੂਗਾ ਤੇ ਨਾਲ ਕਿਹਾ ਸੀ ਘੱਟੋ ਘੱਟ ਇੱਕ। ਆ ਦੇਖੋ ਮੈਂ ਵਰਡ ਲਿਖਿਆ ਐਟ ਲੀਸਟ 1, ਮਤਲਬ ਘੱਟੋ ਘੱਟ ਇੱਕ ਦਾ ਮਤਲਬ ਤਾਂ ਇਹ ਹੈ ਕਿ ਇੱਕ ਤੋਂ ਘੱਟ ਤਾਂ ਹੋ ਹੀ ਨਹੀਂ ਸਕਦਾ। ਜੇ ਕੋਈ ਬੱਚਾ ਕਹਿੰਦਾ ਹੈ ਕਿ ਮੇਰੇ ਕੋਲ ਕਰਵ ਕੰਟੀਨਿਊਸ ਵੀ ਹੈ ਕਲੋਜ਼ਡ ਇੰਟਰਵਲ a ਟੂ b 'ਚ, ਡਿਰਾਈਵੇਬਲ ਵੀ ਹੈ ਓਪਨ ਇੰਟਰਵਲ a ਟੂ b 'ਚ, ਸੇਮ ਹਾਈਟ ਤੋਂ ਸ਼ੁਰੂ ਹੋ ਕੇ ਸੇਮ ਹਾਈਟ ਤੇ ਖਤਮ ਵੀ ਹੋ ਗਈ, ਤੇ ਉਸ ਤੋਂ ਬਾਅਦ ਬੱਚਾ ਕਹਿ ਰਿਹਾ ਕਿ ਮੈਨੂੰ ਤਾਂ ਕੋਈ ਟੈਂਜੈਂਟ ਹੀ ਨਹੀਂ ਲੱਭ ਰਿਹਾ ਜਿਹੜਾ ਕਿ ਐਕਸ ਐਕਸਿਸ ਦੇ ਪੈਰਲਲ ਹੋਵੇ, ਤਾਂ ਉਹ ਸਿੱਧਾ ਸਿੱਧਾ ਆਪਾਂ ਰੋਲਸ ਥਿਊਰਮ ਨੂੰ ਚੈਲੰਜ ਕਰ ਰਹੇ ਹਾਂ, ਜਿਹੜਾ ਕਿ ਗਲਤ ਹੈ। ਇਹ ਹੋ ਹੀ ਨਹੀਂ ਸਕਦਾ ਕਿ ਆਪਾਂ ਨੂੰ ਟੈਂਜੈਂਟ ਨਾ ਲੱਭੇ। ਰਾਦਰ ਰੋਲਸ ਇਹ ਕਹਿ ਰਿਹਾ ਕਿ ਘੱਟੋ ਘੱਟ ਇੱਕ ਤਾਂ ਲੱਭੂਗਾ ਹੀ ਲੱਭੂਗਾ, ਹੋ ਸਕਦਾ ਜ਼ਿਆਦਾ ਵੀ ਲੱਭ ਜੇ। ਜ਼ਿਆਦਾ ਕਦੋਂ ਲੱਭਣਗੇ, ਜਦੋਂ ਆਪਣੀ ਕਰਵ ਹੈ ਜਿਹੜੀ ਲੈਂਥ 'ਚ ਵੱਡੀ ਹੋਊਗੀ, ਜਿਹਦਾ ਗ੍ਰਾਫ ਥੋੜ੍ਹਾ ਜਿਹਾ ਵੱਡਾ ਹੋਊਗਾ, ਉਹ ਤੁਹਾਨੂੰ ਦਿਖਾਉਣਾ ਹੁੰਦਾ ਹੈ। ਇਹ ਦੇਖੋ, ਇਹ ਕਰਵ ਥੋੜੀ ਵੱਡੀ ਬਣਾਈ ਹੈ, ਕੰਡੀਸ਼ਨਾਂ ਪੂਰੀਆਂ ਕਰ ਰਹੀ ਹੈ ਤਿੰਨੋਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸੀਆਂ, ਠੀਕ ਹੈ। ਤਾਂ ਉਦੋਂ ਬਾਅਦ ਆਪਾਂ ਨੂੰ ਦੇਖੋ ਇੱਕ ਪੁਆਇੰਟ ਇਹ ਲੱਭ ਗਿਆ, ਇਹਦੇ ਤੇ ਟੈਂਜੈਂਟ ਖਿੱਚਿਆ ਐਕਸ ਐਕਸਿਸ ਦੇ ਪੈਰਲਲ ਹੈ, ਇੱਥੇ ਟੈਂਜੈਂਟ ਖਿੱਚਿਆ ਐਕਸ ਐਕਸਿਸ ਦੇ ਪੈਰਲਲ ਹੈ, ਇੱਥੇ ਟੈਂਜੈਂਟ ਖਿੱਚਿਆ ਐਕਸ ਐਕਸਿਸ ਦੇ ਪੈਰਲਲ ਹੈ। ਤਾਂ ਦੇਖੋ ਇੱਥੇ ਆਪਾਂ ਨੂੰ 3 ਟੈਂਜੈਂਟ ਲੱਭ ਗਏ। ਇਹੀ ਰੋਲਸ ਨੇ ਕਿਹਾ ਸੀ ਕਿ ਘੱਟੋ ਘੱਟ ਇੱਕ ਲੱਭੂਗਾ ਤੇ ਜ਼ਿਆਦਾ ਕਿੰਨੇ ਹੀ ਲੱਭ ਸਕਦੇ ਆਪਾਂ ਨੂੰ, ਉਹ ਡਿਪੈਂਡ ਕਰਦਾ ਕਰਵ ਦੀ ਲੈਂਥ ਤੇ। ਤਾਂ ਦੇਖੋ ਇਸ 'ਚ ਪਹਿਲੇ 'ਚ ਇੱਕ ਲੱਭਿਆ ਸੀ, ਇਸ 'ਚ 3 ਲੱਭ ਗਿਆ ਆਪਾਂ ਨੂੰ। ਓਕੇ, ਨੈਕਸਟ ਦੇਖਦੇ ਹਾਂ, ਇੱਕ ਡਾਇਗਰਾਮ ਹੋਰ ਹੈ ਆਪਣੇ ਕੋਲੇ। ਤਾਂ ਇਹਦੇ 'ਚ ਆਪਾਂ ਕਰਵ ਉਸੇ ਤਰ੍ਹਾਂ ਹੀ ਬਣਾਈ ਹੈ, ਤਿੰਨੇ ਕੰਡੀਸ਼ਨਾਂ ਨੂੰ ਫੁੱਲਫਿਲ ਕਰਦੀ ਹੋਈ ਜਿਹੜੀਆਂ ਰੋਲਸ ਨੇ ਮੰਗੀਆਂ ਸੀ ਆਪਣੇ ਤੋਂ। ਉਦੋਂ ਬਾਅਦ ਟੈਂਜੈਂਟ ਦੇਖਿਆ ਤਾਂ ਇੱਕ ਟੈਂਜੈਂਟ ਇੱਥੇ ਮਿਲ ਗਿਆ ਜਿਹੜਾ ਐਕਸ ਐਕਸਿਸ ਦੇ ਪੈਰਲਲ ਹੈ, ਇੱਕ ਇੱਥੇ ਮਿਲ ਗਿਆ ਐਕਸ ਐਕਸਿਸ ਦੇ ਪੈਰਲਲ, ਇੱਕ ਇੱਥੇ ਮਿਲ ਗਿਆ ਐਕਸ ਐਕਸਿਸ ਦੇ ਪੈਰਲਲ, ਇੱਥੇ ਮਿਲ ਗਿਆ ਐਕਸ ਐਕਸਿਸ ਦੇ ਪੈਰਲਲ, ਇੱਥੇ ਮਿਲ ਗਿਆ। ਦੇਖੋ ਗਿਣੋ 1 2 3 4 5 ਟੈਂਜੈਂਟ ਮਿਲ ਗਏ। ਤਾਂ ਰੋਲਸ ਨੇ ਇਹੀ ਕਿਹਾ ਕਿ ਇੱਕ ਘੱਟੋ ਘੱਟ ਮਿਲੂਗਾ, ਜ਼ਿਆਦਾ ਤਾਂ ਪਤਾ ਹੀ ਨਹੀਂ ਕਿੰਨੇ ਮਿਲ ਜਾਣਗੇ, ਠੀਕ ਹੈ। ਤਾਂ ਉਮੀਦ ਹੈ ਹੁਣ ਤੁਹਾਨੂੰ ਸਮਝ ਲੱਗ ਗਈ ਹੋਏਗੀ। ਤਾਂ ਇਹਨੂੰ ਇੱਕ ਵਾਰੀ ਆ ਦੇਖ ਲਓ ਕੀ ਲਿਖਿਆ ਆਪਾਂ, ਦੇਅਰ ਦੈਟ ਇਜ਼ ਐਟ ਲੀਸਟ ਵਨ ਟੈਂਜੈਂਟ ਵਿਲ ਬੀ ਦੇਅਰ ਵਿਚ ਇਜ਼ ਪੈਰਲਲ ਟੂ ਐਕਸ ਐਕਸਿਸ। ਮਤਲਬ ਘੱਟੋ ਘੱਟ
ਇੱਕ ਟੈਂਜੈਂਟ ਤੁਹਾਨੂੰ ਜ਼ਰੂਰ ਮਿਲੇਗਾ ਜਦੋਂ ਆਪਣਾ ਫੰਕਸ਼ਨ ਤਿੰਨੇ ਕੰਡੀਸ਼ਨਾਂ ਨੂੰ ਕ੍ਰੋਸ ਕਰੇਗਾ ਤਾਂ ਇੱਕ ਟੈਂਜੈਂਟ ਘੱਟੋ ਘੱਟ ਜ਼ਰੂਰ ਮਿਲੇਗਾ ਜਿਹੜਾ ਐਕਸ ਐਕਸਿਸ ਦੇ ਪੈਰਲਲ ਹੋਏਗਾ ਹੀ ਹੋਏਗਾ। ਠੀਕ ਹੈ, ਓਕੇ। ਇਸ ਤੋਂ ਬਾਅਦ ਇੱਕ ਕੁਐਸਚਨ ਹੈ ਹੁਣ ਆਪਣੇ ਕੋਲ, ਇੱਕ ਮੈਂ ਫੰਕਸ਼ਨ ਲਿਖ ਲਿਆ x² - 4x + 3 ਨਾਲ ਇੰਟਰਵਲ ਲਿਖ ਲਿਆ। ਹੁਣ ਤੁਸੀਂ ਕਮੈਂਟ ਬਾਕਸ 'ਚ ਇਹਦੇ ਬਾਰੇ ਦੱਸਣਾ ਹੈ, ਠੀਕ ਹੈ, ਕਿ ਇਹਦੀ ਕੰਟੀਨਿਊਟੀ ਬਾਰੇ, ਕਿ ਕਲੋਜ਼ ਇੰਟਰਵਲ 'ਚ ਆਪਾਂ ਕੀ ਲਿਖ ਸਕਦੇ ਹਾਂ ਜਿਹੜਾ ਕਿ ਆਪਾਂ ਪਿਛਲੀ ਕੰਟੀਨਿਊਟੀ 'ਚ ਕੀਤਾ ਸੇਮ ਲਿਖਣਾ। ਆਪਾਂ ਧਿਆਨ ਰੱਖੋ ਨਵਾਂ ਕੁਝ ਨਹੀਂ ਕਰਨਾ ਇਹਦੇ 'ਚ। ਇਸੇ ਕਰਕੇ ਰੋਲਸ ਥਿਊਰਮ ਨੂੰ ਆਪਾਂ ਉਹਨਾਂ ਤੋਂ ਬਾਅਦ ਸਮਝਦੇ ਹਾਂ ਤਾਂ ਕਿ ਆਪਾਂ ਨੂੰ ਕੰਟੀਨਿਊਟੀ ਚੰਗੀ ਤਰ੍ਹਾਂ ਆਉਂਦੀ ਹੋਵੇ, ਡਿਫਰੈਂਸ਼ੀਏਬਿਲਿਟੀ ਚੰਗੀ ਤਰ੍ਹਾਂ ਆਉਂਦੀ ਹੋਵੇ। ਤਾਂ ਗੱਲਾਂ ਉਹੀ ਕਰਨੀਆਂ ਆਪਾਂ, ਰਿਪੀਟ ਕਰਨੀਆਂ ਸਿਰਫ। ਉਦੋਂ ਬਾਅਦ ਆਪਾਂ ਡਿਫਰੈਂਸ਼ੀਏਬਿਲਿਟੀ ਬਾਰੇ ਦੱਸਣਾ ਹੈ ਓਪਨ ਇੰਟਰਵਲ 'ਚ 1 ਤੋਂ 3 ਦੇ, ਤੇ f(1) ਤੇ f(3) ਦੀਆਂ ਵੈਲਿਊਜ਼ ਕੱਢ ਕੇ ਅਸੀਂ ਕਮੈਂਟ ਬਾਕਸ 'ਚ ਲਿਖਣੀ ਹੈ। ਠੀਕ ਹੈ, ਤਾਂ ਮੈਂ ਉਸ ਤੋਂ ਬਾਅਦ ਤੁਹਾਡਾ ਰਿਪਲਾਈ ਕਰੂੰਗਾ ਤੁਹਾਡੇ ਕਿਹੜੇ ਕਿਹੜੇ ਆਨਸਰਸ ਕਰੈਕਟ ਹੈ ਜਾਂ ਇਨਕਰੈਕਟ ਹੈ। ਠੀਕ ਹੈ ਜੀ, ਥੈਂਕ ਯੂ ਸੋ ਮਚ ਫॉर ਵਾਚਿੰਗ।